ਧੰਨ ਧੰਨ ਬਾਬਾ ਆਨੰਦ ਸਿੰਘ ਜੀ ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਗੋਦ ਵਿੱਚ ਬੈਠੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਮੇਰਾ ਜੀ ਆਪਣੇ ਪਰਿਵਾਰ ਨੂੰ ਦੱਸਦਾ ਜੀ। ਦਾਸ ਦਾ ਨਾਮ ਹੈਗਾ ਗੁਰਪਾਲ ਸਿੰਘ ਹੰਸਰਾ, ਅਤੇ ਮੈਨੂੰ ਆਮ ਤੌਰ 'ਤੇ ਇੱਥੇ ਪੰਜਾਬ ਸਾਰੇ ਜਾਣਦੇ ਆ ਜੀ, ਬਾਹਰ ਵੀ ਸਾਰੇ ਜਾਣਦੇ ਆ। ਅਤੇ ਦਾਸ ਅੱਜ ਹੀ ਕੈਲੀਫੋਰਨੀਆ ਤੋਂ ਆਇਆ, ਅਮਰੀਕਾ ਤੋਂ। ਮੈਂ 5-7 ਦਿਨ ਦੀ ਖਾਤਰ ਆਇਆ ਜੀ। ਮੈਨੂੰ ਜਾਣਾ ਪੈਣਾ ਛੇਤੀ। ਸਾਡੇ ਪਿਤਾ ਜੀ ਸਰਗਵਾਸ ਹੋ ਗਏ ਸੀ, ਉਹਨਾਂ ਦੀਆਂ ਮੈਂ ਆਸਤੀਆਂ ਲੈ ਕੇ ਆਏ ਹਾਂ। ਅਸੀਂ ਹਰੀ ਹਰੀ ਕੇ ਪੱਤਣ ਜਲ ਪ੍ਰਵਾਹ ਕਰਨੀ ਆ ਪਰਸੋਂ ਨੂੰ। ਜਿਸ ਸੰਗਤ ਨੇ ਵੀ ਜਾਣਾ ਹੋਵੇ ਉਹ ਸੰਗਤ ਇੱਥੇ ਸਵੇਰੇ 9 ਵਜੇ ਰਵਾਨਾ ਹੋਣੇ ਜੀ, ਉਹਨਾਂ ਦੀ ਅੰਤਮ ਯਾਤਰਾ ਦੇ ਵਿੱਚ ਸ਼ਾਮਲ ਹੋ ਸਕਦਾ। ਦੂਸਰੀ ਬੇਨਤੀ ਇਹ ਹੈ ਜੀ, ਸਾਡਾ ਪਰਿਵਾਰ ਮੁੜ ਤੋਂ ਪਹਿਲਾਂ ਨਾਸਤਕ ਵਿਰਤੀ ਵਾਲਾ ਸੀਗਾ, ਇਸ ਘਰ ਨੂੰ ਨਹੀਂ ਸੀ ਮੰਨਦੇ। ਮੇਰੇ ਪਿਤਾ ਜੀ ਪ੍ਰਿੰਸੀਪਲ ਬਲਵੀਰ ਸਿੰਘ ਜੀ, ਅਤੇ ਜਿਨ੍ਹਾਂ ਨੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਪਾਸੋਂ ਅੰਮ੍ਰਿਤ ਛਕਿਆ, ਸਾਡੇ ਸਾਰੇ ਪਰਿਵਾਰ ਨੇ ਛਕਿਆ। ਅਤੇ ਉਹਨਾਂ ਨੂੰ ਬਾਬਾ ਜੀ ਨੇ ਇਸ ਪਾਸੇ ਲਾਇਆ। ਫਿਰ ਦਾਸ ਦੀ ਉਮਰ ਜੀ 7 ਸਾਲ ਦੀ ਸੀ। ਦਾਸ ਕੁਛ ਛੇਤੀ ਛੇਤੀ ਮੁਕਾਉਣਾ ਚਾਹੁੰਦਾ। 7 ਸਾਲ ਦੀ ਉਮਰ ਸੀ ਜਦੋਂ ਕਿ ਦਾਸ ਸਰੀਰ ਛੱਡ ਗਿਆ ਸੀ। ਅਤੇ ਬਾਬਾ ਜੀ ਦੇ ਬਚਨ ਸੀ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ, ਵੀ ਸੁਣ ਕੇ ਜੰਮ ਕੇ ਦੂਤ ਨੌ ਤੇਰਾ ਛੱਡ ਜਾਏ। ਬਾਬਾ ਜੀ ਨੇ ਬਚਨ ਕੀਤੇ ਸੀ, ਜੇ ਕਿਸੇ ਸੰਗੀ ਦੇ ਘਰੇ ਇਹੋ ਜਿਹੀ ਗੱਲ ਹੋ ਜੇ, ਤੁਸੀਂ ਗੱਜ ਵੱਜ ਕੇ ਕਹਿ ਦਿਆ ਕਰੋ ਅਸੀਂ ਬਾਬਾ ਜੀ ਦੇ ਸੰਗੀ ਆ, ਨਹੀਂ ਤਾਂ ਗੁਰਬਾਣੀ ਝੂਠੀ ਹੋਈ। ਇਸ ਤਰ੍ਹਾਂ ਹੋਇਆ ਜੀ। ਜਗਰਾਉਂ ਸਾਡੇ ਰਿਹਾਇਸ਼ ਸੀਗੀ। ਮੇਰੇ ਪਿਤਾ ਜੀ ਥੱਲੇ 60-70 ਬੱਚਿਆਂ ਨੂੰ ਪੜ੍ਹਾ ਰਹੇ ਆ, ਅਤੇ ਉੱਤੇ ਇਹ ਪਾਣਾ ਵਰਤ ਗਿਆ। ਮੇਰੇ ਦਾਦਾ ਜੀ ਡਾਕਟਰ ਸੀ, ਡਾਕਟਰ ਕੁਲਵੰਤ ਸਿੰਘ, ਉੱਥੇ ਉਹ ਵੀ ਆ ਗਏ। ਅਤੇ ਸਮਾਂ ਇਸ ਤਰ੍ਹਾਂ ਹੋਇਆ ਜੀ, ਮੈਂ ਸਰੀਰ ਛੱਡ ਗਿਆ ਅਤੇ ਪਰਿਵਾਰ ਸਾਰਾ ਰੋਣ ਲੱਗ ਗਿਆ। ਮੇਰੇ ਪਿਤਾ ਜੀ ਉੱਪਰ ਆਏ ਅਤੇ ਉਹਨਾਂ ਨੇ ਜਾ ਕੇ ਦੇਖਿਆ ਵੀ ਬੱਚਾ ਖਤਮ ਹੋ ਗਿਆ। ਡਾਕਟਰਾਂ ਨੇ ਨਬਜ਼ ਦੇਖੀ, ਉਹ ਵੀ ਖਤਮ ਸੀ। ਫਿਰ ਉਹਨਾਂ ਨੇ ਧੰਨ ਧੰਨ ਬਾਬਾ ਈਸ਼ਰ ਸਿੰਘ ਦਾ ਸਰੂਪ ਸੀਗਾ, ਛੋਟਾ ਜਿਹਾ ਸਾਡੇ ਅਲਮਾਰੀ ਦੇ ਵਿੱਚ ਵਿਰਾਜਮਾਨ ਸੀ। ਅਲਮਾਰੀ ਉਹਨਾਂ ਨੇ ਖੋਲ੍ਹੀ ਅਤੇ ਬਾਬਾ ਜੀ ਦੇ ਸਰੂਪ ਦੇ ਦਰਸ਼ਨ ਹੋਏ। ਅਤੇ ਮੇਰੇ ਪਿਤਾ ਜੀ ਨੇ ਗੱਜ ਵੱਜ ਕੇ ਕਿਹਾ, ਹੋ ਜਮਦੂਤ ਬੱਚੇ ਨੂੰ ਛੱਡ ਜਾਓ, ਅਸੀਂ ਬਾਬਾ ਜੀ ਦੇ ਸੰਗੀ। ਸਾਰਿਆਂ ਦੇ ਸਾਹਮਣੇ ਦਾਸ ਉੱਠ ਕੇ ਬਹਿ ਗਿਆ ਅਤੇ ਪਿਤਾ ਜੀ ਨੂੰ ਲਪਟਕੀ ਪਾ ਲਈ ਵੀ ਬਈ ਤੁਸੀਂ ਰੋਂਦੇ ਕਿਉਂ? ਬਿਲਕੁਲ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਗੱਲਾਂ ਕਰਨ ਲੱਗਿਆ ਜੀ। ਇਹ ਤਾਂ ਦਾਸ ਨਾਲ ਹੋਈ ਜੀ ਗੱਲ। ਦਾਸ ਦੀ ਭੂਆ ਦੀ ਕੁੜੀ, ਮੇਰੀ ਭੂਆ ਇੱਥੇ ਬੈਠੀ ਹੈ ਜੀ, MA MEd ਆ ਅਤੇ ਲੈਕਚਰਰ ਆ। ਮੈਂ ਉਹਦੇ ਕੋਲ ਹੁਣ ਵੀ ਗੱਲ ਕੀਤੀ ਆ, ਹੁਣ ਵੀ ਦੱਸੀ ਆ। ਅਤੇ ਦਾਸ ਦੀ ਭੂਆ ਦੀ ਕੁੜੀ ਬਾਬਾ ਜੀ ਦੇ ਦੀਵਾਨ ਦੇ ਵਿੱਚ, ਨਵੇਂ ਸੱਚਖੰਡ ਦੇ ਵਿੱਚ ਬਾਬਾ ਜੀ ਦੇ ਦੀਵਾਨ ਦੇ ਵਿੱਚ ਕੁੜੀ ਸਰੀਰ ਛੱਡ ਗਈ, ਕੁੜੀ ਚਰਨਪ੍ਰੀਤ ਕੌਰ। ਅਤੇ ਬਾਬਾ ਜੀ ਬਚਨ ਕਰੀ ਗਏ ਆ, ਪਾਤਸ਼ਾਹ ਬਚਨ ਕਰੀ ਗਏ। ਬਾਬਾ ਜੀ ਨੇ ਬਿਲਕੁਲ ਨਹੀਂ ਦੇਖਿਆ। ਅਤੇ ਮੇਰੇ ਦਾਦਾ ਜੀ ਨੂੰ ਸਾਡੀ ਦਾਦੀ ਨੇ ਇਸ਼ਾਰਾ ਕੀਤਾ ਵੀ ਆਓ ਬੱਚੀ ਦਾ ਦੇਖੋ। ਮੇਰੇ ਦਾਦਾ ਜੀ ਗਏ ਬਾਬਾ ਜੀ ਦੇ ਦੀਵਾਨ ਦੇ ਵਿੱਚ, ਚੱਲਦੇ ਦੀਵਾਨ ਦੇ ਵਿੱਚ, ਅਤੇ ਬਾਬਾ ਜੀ ਨੇ ਜਾ ਕੇ, ਮੇਰੇ ਦਾਦਾ ਜੀ ਨੇ ਜਾ ਕੇ ਬੱਚੀ ਦੇਖੀ ਅਤੇ ਬੱਚੀ ਖਤਮ ਸੀ। ਮੇਰੇ ਦਾਦੀ ਨੂੰ ਫਿਰ ਮੇਰੇ ਦਾਦਾ ਜੀ ਨੇ ਕਿਹਾ ਵੀ ਬਾਹਰ ਬਹਿ ਜਾ, ਬਾਬਾ ਜੀ ਦੇ ਦੀਵਾਨ ਦੀ ਵਿਘਨ ਨਾ ਪਵੇ, ਵੀ ਬੱਚੀ ਨੇ ਜਿੱਥੇ ਜਾਣਾ ਸੀ ਚਲੀ ਗਈ। ਮੇਰੀ ਭੂਆ, ਸਕੀ ਭੂਆ, ਹੈਡ ਮਿਸਟਰਸ ਰਿਟਾਇਰ, ਰਿੰਪਲ ਮੁੰਡਾ DEO ਲੱਗਿਆ ਹੈ, ਉਹਦੀ ਮਦਰ ਅੱਧਾ ਘੰਟਾ ਕੁੜੀ ਨੂੰ ਮਰੀ ਹੋਈ ਨੂੰ ਲੈ ਕੇ ਪਿੱਪਲ ਥੱਲੇ ਬੈਠੀ ਰਹੀ। ਫਿਰ ਬਾਬਾ ਜੀ ਨੇ ਜਦੋਂ ਬਚਨ ਹੋਏ, ਬਚਨ ਕੀ ਜੇ ਸਮਾਪਤੀ ਹੋਈ, ਫਿਰ ਬਾਬਾ ਜੀ ਨੇ ਪੁੱਛਿਆ ਵੀ ਡਾਕਟਰ ਸਾਹਿਬ ਬੱਚੇ ਦਾ ਕੀ ਹਾਲ ਆ? ਅਤੇ ਉਹਨਾਂ ਨੇ ਦੱਸਿਆ ਵੀ ਬਾਬਾ ਜੀ ਉਹ ਤਾਂ ਸੱਚਖੰਡ ਨੂੰ ਚਲੀ ਗਈ ਬੱਚੀ। ਅਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਬਚਨ ਕੀਤਾ ਵੀ ਇੱਥੇ ਕਲਯੁਗ ਕੀ ਆਸ ਕਿਵੇਂ ਆ ਸਕਦਾ? ਗੁਰੂ ਨਾਨਕ ਦਾ ਘਰ ਆ, ਇੱਥੇ ਕਲਯੁਗ ਕੀ ਆਸ? ਲਿਆਓ ਬੱਚੀ ਨੂੰ। ਸਾਰਿਆਂ ਦੇ ਸਾਹਮਣੇ ਬੱਚੀ ਨੂੰ ਕਿਹਾ, ਇੰਦਰ ਸਿੰਘ ਗੱਡਾ ਜੀ ਸੀ, ਉਹਨਾਂ ਨੇ ਕਿਹਾ ਵੀ ਅੰਦਰੋਂ ਲੈ ਕੇ ਆਓ ਅੰਮ੍ਰਿਤ। ਉਹ ਅੰਮ੍ਰਿਤ ਲੈ ਕੇ ਆਇਆ, ਉਹਨਾਂ ਨੇ ਮੂੰਹ 'ਚ ਪਾਇਆ ਬੱਚੀ ਦੇ, ਕੁੜੀ ਸਰਜੀਤ ਹੋ ਗਈ। ਅੱਜ ਕੁੜੀ ਬਈ ਕੈਨੇਡਾ 'ਚ ਰਹਿੰਦੀ ਆ। ਸਾਰੇ ਬਾਬਾ ਜੀ ਬਖਸ਼ੇ। ਬਾਬਾ ਜੀ ਦੀਆਂ ਬਹੁਤ ਕਰਾਮਾਤਾਂ ਜਦੋਂ ਠਾਠ ਬਣਦਾ ਸੀ। ਮੈਂ ਜੀ ਉਹ ਗੱਲਾਂ ਕਰੂੰ ਜਿਹੜੀਆਂ ਕਿ ਦਾਸ, ਮੈਂ MA ਕੀਤੀ ਹੈ ਇਕਨੋਮਿਕਸ ਦੀ DAV ਕਾਲਜ ਜਲੰਧਰੋਂ। ਮੈਂ ਦਾਸ ਗੁਰਦੁਆਰਾ ਫਰੀਮੌਂਟ ਅਮਰੀਕਾ ਦਾ, ਜਿਹੜਾ ਕਿ ਸਭ ਤੋਂ ਵੱਡਾ ਗੁਰੂ ਘਰ, ਦਾਸ ਜਿਹੜਾ ਅਮਰੀਕਾ ਦਾ ਸਭ ਤੋਂ ਵੱਡਾ ਗੁਰੂ ਘਰ ਆ ਫਰੀਮੌਂਟ। ਦਾਸ ਉੱਥੇ 2010 ਤੋਂ 12 ਅਤੇ 12 ਤੋਂ 14
ਉੱਥੇ ਪੰਜਾਂ ਸਿੰਘਾਂ 'ਚ ਦਾਸ ਨੇ ਸੇਵਾ ਨਿਭਾਈ ਆ। ਤੇ ਆ ਹੁਣ ਵੀ ਦਾਸ ਕੋਰ ਕਮੇਟੀ ਦਾ ਮੈਂਬਰ ਆ। ਜਿੰਨੇ ਵੀ ਨਾਨਕਸਰੋਂ ਮਹਾਂਪੁਰਸ਼ ਜਾਂਦੇ ਆ ਅਸੀਂ ਸਾਰਿਆਂ ਦੇ ਦੀਵਾਨ ਲਾਉਣੇ ਉੱਥੇ ਵੀ ਲਾਓ, ਜਿਹੜਾ ਕਿ ਸਭ ਤੋਂ ਵੱਡਾ ਗੁਰੂ ਘਰ ਆ। ਬਾਬਾ ਕਾਲਾ ਸਿੰਘ ਜੀ ਜਾਂਦੇ ਆ, ਬਾਬਾ ਲੱਖਾ ਸਿੰਘ ਜੀ ਜਾਂਦੇ ਆ, ਸਭ ਦੇ ਦੀਵਾਨ ਲਾਉਣੇ ਵੀ ਉੱਥੇ ਲਾਉਣੇ ਆ। ਜਦੋਂ ਠਾਠ ਦੀ ਉਸਾਰੀ ਹੋ ਰਹੀ ਸੀ ਜੀ, ਮੈਂ 2-4 ਬਚਨ ਕਰਕੇ ਸਮਾਪਤੀ ਕਰ ਦੇਣੀ ਆ। ਤੇ ਵੀ ਮੈਂ 15 ਸਾਲ ਬਾਅਦ ਇੱਥੇ ਪਹੁੰਚਿਆ ਜੀ ਅੱਜ, ਤੇ ਮੈਂ ਵੀ ਮੇਰੇ ਵੱਲ ਮੈਂ ਕੁਝ ਬਚਨ ਕਰਨੇ ਚਾਹੁੰਦਾ ਹਾਂ। ਜਦੋਂ ਠਾਠ ਦੀ ਉਸਾਰੀ ਹੋਈ ਸੀ, ਸਾਡੇ ਉੱਥੇ ਡਾਕਟਰ ਸੁਖਜੀਤ ਸਿੰਘ ਚਾਹਲ ਰਹਿੰਦੇ ਆ, ਉਹਨਾਂ ਨੂੰ ਸਾਰੇ ਜਾਣਦੇ ਆ। ਉਹਨਾਂ ਨੇ ਵੀ ਉਹਨਾਂ ਦੀ ਮਾਤਾ ਵੀ ਬਿਮਾਰ ਸੀ, ਗਰਮੀਆਂ ਦੇ ਵਿੱਚ 2-2 ਰਜਾਈਆਂ ਸੀ ਚਰਨਜੀਤ ਦੇ ਬੁੰਗੇ ਕੋਲ। ਬਾਬਾ ਜੀ ਜਾ ਰਹੇ ਸੀ ਪਾਤਸ਼ਾਹ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਉਹਨਾਂ ਦੇ 2-2 ਰਜਾਈਆਂ ਲਈਆਂ ਹੋਈਆਂ। ਬਾਬਾ ਜੀ ਨੇ ਪੁੱਛਿਆ ਵੀ ਇਹ ਮਾਤਾ ਨੂੰ ਕੀ ਹੋਇਆ? ਉਹ ਕਹਿੰਦੇ ਸੱਚੇ ਪਾਤਸ਼ਾਹ ਇਹ ਤਾਂ ਵੀ ਸਰੀਰ ਤਿਆਗਣ ਤੇ। ਬਾਬਾ ਜੀ ਕਹਿੰਦੇ ਕੁਛ ਨਹੀਂ ਹੋਇਆ। ਬਾਬਾ ਜੀ ਕਹਿੰਦੇ ਰੱਬ ਸੀ ਆਪ। ਬਾਬਾ ਜੀ ਕਹਿੰਦੇ ਕੁਛ ਨਹੀਂ ਹੋਇਆ, ਕਰੋ ਸੇਵਾ ਗੁਰੂ ਨਾਨਕ ਦੇ ਘਰ ਦੀ, ਸਭ ਕੁਝ ਠੀਕ ਹੋ। ਉਹ ਸਾਡੇ ਮੇਰੀ ਭੂਆ, ਮੇਰੀ ਮਦਰ, ਸਭ ਕੁਝ ਦੇਖਿਆ। ਉਹ ਮਾਤਾ ਨੇ ਡਾਕਟਰ ਸੁਖਜੀਤ ਸਿੰਘ ਚਾਹਲ ਦੀ ਮਾਤਾ ਦੇ ਚੁੰਨੀ ਨਾਲ ਇੰਨੀ ਮਿੱਟੀ ਰੱਖੀ, ਬੰਨ੍ਹ ਕੇ ਹੌਲੀ ਹੌਲੀ ਤੁਰ ਕੇ ਸੇਵਾ ਕੀਤੀ। ਫਿਰ ਉਹੀ ਮਾਤਾ ਸਿਰ ਦੇ ਉੱਤੇ 2-2 ਕੜਾਹੀਏ ਲੈ ਕੇ ਇੱਥੇ ਸੇਵਾ ਕਰਦੀ। ਮੈਨੂੰ ਅਮਰੀਕਾ ਹੂਸਟਨ ਟੈਕਸਸ ਜਾਣ ਦਾ ਸਬੱਬ ਪ੍ਰਾਪਤ ਹੋਇਆ। ਉੱਥੇ ਮੈਨੂੰ ਮੋਗੇ ਵਾਲੇ ਪ੍ਰੀਤਮ ਸਿੰਘ ਮਸਤਾਨਾ ਜੀ, ਉਹਨਾਂ ਨੇ ਮੈਨੂੰ ਦੱਸਿਆ, ਤੇ ਉਹਨਾਂ ਦੇ ਲੜਕਾ ਬਹਿਰੂਪਾਲ ਸਿੰਘ ਉੱਥੇ ਅਮਰੀਕਾ 'ਚ ਮਿਲਿਆ। ਉਹਨੇ ਬਾਬਾ ਜੀ ਦਾ ਬਚਨ ਦੱਸਿਆ ਵੀ ਕਹਿੰਦੇ ਸਾਡੀ ਮਾਤਾ ਬਹੁਤ ਬਿਮਾਰ ਸੀ, ਸਾਡੀ ਮਾਤਾ ਕਹਿੰਦੇ ਬਹੁਤ ਬਿਮਾਰ ਸੀ। ਅਸੀਂ ਦਿਆਨੰਦ ਮੈਡੀਕਲ ਕਾਲਜ ਲੁਧਿਆਣੇ ਲਿਜਾ ਰਹੇ ਹਾਂ, ਤੇ ਲਿਜਾਣ ਤੋਂ ਪਹਿਲਾਂ ਵੀ ਉਹ ਕਹਿੰਦੇ ਵੀ ਆਪਾਂ ਮਾਤਾ ਨੂੰ ਵੀ ਇੱਥੇ ਵੀ ਬਾਬਾ ਜੀ ਦੇ ਭਗਤ ਆਈ, ਅਸੀਂ ਤੂੰ ਮਾਤਾ ਨੂੰ ਇੱਥੇ ਪਾਤਾ, ਮਾਤਾ ਤੋਂ ਬਹਿ। ਤੇ ਉਹ ਆਪ ਬਾਬਾ ਜੀ ਕੋਲ ਅੰਦਰ ਚਲੇ ਗਏ। ਉਹ ਉਡੀਕ ਰਹੇ ਸੀ ਬਾਬਾ ਜੀ ਨੂੰ, ਉਡੀਕ ਰਹੇ ਸੀ। ਤੇ ਬਾਬਾ ਜੀ ਜਦੋਂ ਲੰਘ ਕੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਬਾਬਾ ਜੀ ਨੇ ਬਚਨ ਕੀਤਾ ਵੀ ਬੀਬਾ ਤੈਨੂੰ ਕੀ ਹੋਇਆ? ਤੇ ਉਹ ਕਹਿੰਦੇ ਜੀ ਵੀ ਮੈਂ ਤਾਂ ਜੀ ਮਰਨ ਕਿਨਾਰੇ ਆ ਜੀ, ਮੈਂ ਤਾਂ ਉੱਥੇ ਜਾ ਰਹੀ ਹਾਂ ਬਾਬਾ ਜੀ, ਉੱਥੇ ਦਿਆਨੰਦ ਹਸਪੀਟਲ। ਹੌਲੀ ਹੌਲੀ ਜਵਾਨ 'ਚ ਗਿਆ। ਬਾਬਾ ਜੀ ਕਹਿੰਦੇ ਕੁਛ ਨਹੀਂ ਹੋਇਆ, ਚੱਕ ਸੇਵਾ ਕਰ, ਗੁਰੂ ਨਾਨਕ ਦਾ ਘਰ ਬਣ ਰਿਹਾ। ਤੇ ਪ੍ਰੀਤਮ ਸਿੰਘ ਮਸਤਾਨਾ ਜੀ ਉੱਥੇ ਆ ਅੰਦਰ, ਬਾਬਾ ਜੀ ਕੋਲ ਭੁਗਤ ਲਿਆ। ਤੇ ਜਦੋਂ ਮੁੜ ਕੇ ਆਏ ਤੇ ਮਾਤਾ ਨੂੰ ਲੱਭਦੇ ਫਿਰ ਮਾਤਾ ਲੱਭੇ ਹੀ ਨਾ, ਕਿੱਥੇ ਗਈ? ਉਹ ਕਹਿੰਦੇ ਅਸੀਂ ਬੜੇ ਹੈਰਾਨ, ਅਸੀਂ ਉੱਥੇ ਹਸਪੀਟਲ ਲੈ ਕੇ ਚੱਲੇ ਆ, ਮਾਤਾ ਮਰਨ ਕਿਨਾਰੇ ਆ, ਕਿੱਥੇ ਚਲੀ ਗਈ? ਫਿਰ ਲੱਭਿਆ ਤੇ ਮਾਤਾ ਜਿਹੜੀ ਸੀ ਵੀ ਸੇਵਾ ਕਰ ਰਹੀ ਸੀ। ਬਾਬਾ ਜੀ ਨੇ ਬਹੁਤ ਦੁਨੀਆ ਨੂੰ ਉਮਰਾਂ ਵਧਾਈਆਂ। ਇੱਥੇ ਪਹਿਲਾ ਜਿਹੜਾ ਆਪਣਾ ਗੇਟ ਬਣਿਆ ਜੀ, ਉਹਦੇ ਨਾਲ ਪਹਿਲਾ ਕਮਰਾ ਹੁੰਦਾ ਸੀਗਾ। ਤੇ ਭਾਈ ਸਰਦਾਰ ਜਸਵੰਤ ਸਿੰਘ ਬਾਗਾਂ ਵਾਲੇ, ਮੈਂ ਸਭ ਦਾ ਨਾਂ ਲਊਂਗਾ, ਸਭ ਕੋ ਮੈਂ ਵੀ ਪੜ੍ਹਿਆ ਲਿਖਿਆ, ਸਾਰਾ ਕੁਝ ਦੱਸੂਗਾ। ਤੇ ਸਰਦਾਰ ਜਸਵੰਤ ਸਿੰਘ ਬਾਗਾਂ ਵਾਲੇ ਬਾਬਾ ਜੀ ਦੇ ਪੁਰਾਣੇ ਸੰਗੀ ਸੀ, ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ। ਜਦੋਂ ਪੁੰਨਿਆਂ ਦੇ ਆਉਂਦੇ ਸੀ, ਸੰਗਤਾਂ ਆਉਂਦੀਆਂ, ਸੰਗੀ ਆਉਂਦੇ ਆ, ਉਹ ਉੱਥੇ ਕਮਰੇ ਦੀ ਸਫਾਈ ਪੁੰਨਿਆਂ ਤੋਂ ਪਹਿਲਾਂ ਆਉਂਦੇ ਸੀ। ਉਹ ਬਈ ਸੰਗਤਾਂ ਉਹ ਚਾਬੀ ਮਿਲ ਜਾਂਦੀ ਸੀ, ਤੇ ਭਾਈ ਬਖਸ਼ੀ ਸਿੰਘ ਕੋਲ ਚਾਬੀ ਹੁੰਦੀ ਸੀ ਉਦੋਂ, ਤੇ ਉਹ ਲੈ ਕੇ ਚਾਬੀ, ਤੇ ਉਸ ਤੋਂ ਬਾਅਦ ਕਮਰਾ ਖੋਲ੍ਹੀ, ਤੇ ਜੋ ਕਮਰੇ ਦੀ ਸਫਾਈ ਕਰ ਰਹੀ ਸੀ, ਦੇਖੋ ਗੁਰੂ ਸਾਹਿਬ ਦੀ ਹਜ਼ੂਰੀ 'ਚ ਸੁਣੋ ਗੱਲ। ਤੇ ਉੱਤੋਂ ਸਫਾਈ ਕਰਦਾ ਇੱਕ ਆਲ੍ਹਣਾ ਡਿੱਗਿਆ, ਆਲ੍ਹਣਾ ਡਿੱਗਿਆ, ਉਹਦੇ ਵਿੱਚੋਂ ਚਿੜੀ ਦਾ ਇੱਕ ਬੱਚੇ 2 ਨਿਕਲੇ, ਚਿੜੀ ਦੇ 2 ਬੱਚੇ ਨਿਕਲੇ, ਦੋਨੋਂ ਮਰੇ ਹੋਏ। ਤੇ ਕੁੜੀ ਜਿਹੜੀ ਸਫਾਈ ਕਰਦੀ ਸੀ, 20 ਸਾਲ ਦੀ ਲੜਕੀ ਸੀ, ਉਹਨੇ ਇੱਕ ਛੋਟੀ ਜਿਹੀ ਕੁੜੀ ਨੂੰ ਕਿਹਾ ਸਾਡੇ ਸਾਹਮਣੇ ਆਪਣੇ ਪਰਲੇ ਪਾਸੇ ਜਿਹੜਾ ਕੌਂਖਲਾ ਪਾਰ ਆ ਬਾਬਾ ਜੀ, ਉੱਥੇ ਭੁਗਤ ਰਹੇ ਆ, ਅਸੀਂ ਵੀ ਉੱਥੇ ਖੜੇ ਆ। ਤੇ ਉੱਥੇ ਵੀ ਉਹਨੂੰ ਕਿਹਾ ਵੀ ਬਾਬਾ ਜੀ ਬਈ ਛੋਟੀ ਜਿਹੀ ਕੁੜੀ ਨੇ, ਹੁਣ ਵੱਡੀ ਜਿਹੜੀ 20-22 ਸਾਲ ਦੀ ਕੁੜੀ ਸੀ, ਉਹਨੂੰ ਕਹਿ ਕੇ ਭੇਜਿਆ ਵੀ ਤੂੰ ਜਾ ਕੇ ਬਾਬਾ ਜੀ ਨੂੰ ਕਹਿ, ਬਾਬਾ ਜੀ ਇਹ ਬੱਚੇ ਜਿਉਂਦੇ ਕਰਦੇ, ਮੇਰਾ ਮਨ ਬਹੁਤ ਦੁਖੀ ਹੋਇਆ। ਤੇ ਬਾਬਾ ਜੀ ਨੇ ਬਚਨ ਕੀਤੇ ਭਗਵਾਨ ਨੂੰ ਵੀ ਇਹਨੂੰ ਦੱਬ ਦਿਓ, ਕੋਈ ਗੱਲ ਨਹੀਂ। ਕਹਿੰਦੇ ਜੀਵਤ ਹੋ ਗਈ। ਜੀਵਤ ਕੀ ਹੋਣੇ ਸੀ, ਉੱਧਰ ਚਲੇ ਗਏ। ਚਲੋ ਹੋ ਗਿਆ ਜੀ, ਸਮਾਂ ਲੱਗ ਗਿਆ। 10-11 ਮਹੀਨਿਆਂ ਬਾਅਦ ਜਿਹੜੀ ਲੜਕੀ ਨੇ ਸਿਖਾ ਕੇ ਭੇਜੀ ਸੀ ਬਾਬਾ ਜੀ ਨੂੰ ਵੀ ਬੱਚੇ ਜੀਵਤ ਕਰ ਦਿਓ, ਉਸ ਲੜਕੀ ਦੇ ਘਰੇ 2 ਜੋੜੇ ਬੱਚਿਆਂ ਨੇ ਜਨਮ ਲਿਆ।
ਸਾਡੇ ਸਾਹਮਣੇ ਗੱਲ ਹੋਈ ਆ। ਅਸੀਂ ਪਰਿਵਾਰ ਐਵੇਂ ਨਹੀਂ ਬਾਬਾ ਜੀ ਦੇ ਸ਼ਰਧਾਲੂ ਬਣੇ, ਜਾਂ ਐਵੇਂ ਨਹੀਂ ਵੀ ਅਮਰੀਕਾ 'ਚ ਗੱਲਾਂ ਕਰਦੇ ਆ ਵੀ ਜਾਂ ਹੋਰ ਆ ਜਿਹੜੇ ਨਿੰਦਕਾਂ ਨੂੰ ਜਿਹੜੇ ਬੋਲਦੇ ਆ ਨਾਨਕਸਰ ਨੂੰ। ਭਾਈ ਸਾਹਿਬ ਹੁਣ ਕਹਿ ਕੇ ਗਿਆ, ਕਹਿੰਦੇ ਉਹ ਵੀ ਦੱਸੋ, ਵੀ ਮੈਂ 2 ਮਿੰਟ ਦੱਸ ਦਿੰਦਾ ਇਹ ਗੱਲ। ਇਹਨਾਂ ਦੇ ਮੂੰਹ ਬੰਦ ਕਰਾਇਆ। ਕਿਉਂ ਕਰਾਇਆ? ਕਿਉਂਕਿ ਅਸੀਂ ਬਾਬਾ ਜੀ 'ਚ ਰੱਬ ਦੇਖਿਆ, ਬਾਬਾ ਜੀ 'ਚ ਰੱਬ ਦੇਖਿਆ। ਤੇ ਉਹ ਜਿਹੜੀ ਸੀ ਲੜਕੀ ਸੀ, ਉਹਦੇ 2 ਜੋੜੇ ਬੱਚੇ ਹੋਏ ਮੁੰਡੇ। ਫਿਰ ਸੰਗੀਆਂ ਦੀ ਰਵਾਇਤ ਦੇ ਅਨੁਸਾਰ ਉਹਨਾਂ ਨੂੰ ਇੱਥੇ ਲੈ ਕੇ ਆਏ ਬਈ ਬਾਬਾ ਜੀ ਇਹਨਾਂ ਦਾ ਨਾਂ ਰੱਖੋ। ਤੇ ਫਿਰ ਬਾਬਾ ਜੀ ਨੇ ਬੱਚੇ ਕੀਤਾ, ਇਹ ਚਿੜੀ ਦੇ ਬੱਚੇ ਆ ਜਿਹੜੇ ਕਿ ਮਨੁੱਖਿਆ ਜਨਮ 'ਚ ਪੈ ਗਏ। ਓਹੋ, ਸਾਰੇ ਸਿਰ ਤੇ ਹੱਥ ਮਾਰਨ ਵੀ ਆ, ਉਹ ਬੱਚੇ ਆ ਗਏ। ਅਸੀਂ ਬਹੁਤ ਕੁਛ ਦੇਖਿਆ। ਮੈਂ ਸਾਰਾ ਦਿਨ ਬਚਨ ਸੁਣਾ ਸਕਦਾ ਬਾਬਾ ਜੀ ਦੇ ਅੱਖੀਂ ਡਿੱਠੇ ਨਜ਼ਾਰੇ ਮੈਂ ਪ੍ਰੂਵ ਕਰ ਸਕਦਾ। ਬਾਬਾ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਇੱਕ ਕਲਗੀਧਰ ਦਾ ਅਵਤਾਰ ਸੀ। ਕਿਵੇਂ ਸੀ ਪਹਿਲਾਂ ਇਹ ਮੈਂ ਦੱਸਦਾ। ਬਾਬਾ ਜੀ ਨੇ ਜਦੋਂ ਭਾਣਾ ਵਰਤਾਇਆ ਉਦੋਂ ਬਣਾਇਆ 7 ਅਕਤੂਬਰ 1963 ਨੂੰ। ਤੁਸੀਂ ਗੁਰੂ ਅੰਸ਼ ਬੰਸਾਵਲੀ ਚੱਕ ਕੇ ਦੇਖੋ, ਗੁਰੂ ਅੰਸ਼ ਬੰਸਾਵਲੀ ਚੱਕ ਕੇ ਦੇਖੋ, ਲਾਇਬ੍ਰੇਰੀ 'ਚ ਜਾ ਕੇ ਪੜ੍ਹੋ। ਤੇ ਗੁਰੂ ਗੋਬਿੰਦ ਸਿੰਘ ਜੀ ਨੇ 7 ਅਕਤੂਬਰ 1708 'ਚ 7 ਅਕਤੂਬਰ 1708 'ਚ ਗੁਰੂ ਗੋਬਿੰਦ ਸਿੰਘ ਜੀ ਦਰਗਾਹ ਨੂੰ ਗਏ। ਉਮਰ ਬਾਬਾ ਜੀ ਦੀ ਵੀ ਨਹੀਂ ਸੀ, ਉੱਥੇ ਵੀ ਨਹੀਂ ਸੀ। ਇਹ ਤੁਸੀਂ ਗੁਰੂ ਅੰਸ਼ ਬੰਸਾਵਲੀ ਚੈੱਕ ਕਰੋ। ਫਿਰ ਬੱਸੀਆਂ ਦੇ ਬੱਸੀਆਂ ਪਿੰਡ ਆ ਜੀ ਇੱਥੇ ਝੋੜਾ ਦੇ ਕੋਲ, ਬੱਸੀਆਂ ਦਾ ਗੁਰਦੁਆਰਾ ਜੋ ਉੱਥੇ ਜਾਂਦੇ ਝੋੜਾ ਨੂੰ ਜਾਂਦੇ ਆ, ਉਸ ਗੁਰਦੁਆਰੇ 'ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਖ ਕੇ ਲਾਇਆ ਹੋਇਆ ਜੀ, ਕੰਧਾਂ ਤੇ ਲਿਖ ਕੇ ਲਾਇਆ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਿਕਾਰ ਖੇਡਦੇ ਸੀ, ਸ਼ਿਕਾਰ ਖੇਡਦੇ ਸੀ। ਸ਼ਿਕਾਰ ਖੇਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਗਾਰੇ ਦੇ ਬੁੱਕ ਕੱਢ ਰਹੇ ਸੀ। 1 2 3 ਕੱਢੇ। ਜਦੋਂ 1 3 ਬੁੱਕ ਕੱਢੇ ਤਾਂ ਰਾਏ ਕੱਲਾ ਨਵਾਬ ਦਾ ਨਵਾਬ ਮਲੇਰਕੋਟਲਾ ਨਵਾਬ ਰਾਏਕੋਟ ਆ ਗਿਆ। ਉਹ ਕਹਿੰਦਾ ਸੱਚੇ ਪਾਤਸ਼ਾਹ ਤੁਹਾਡੇ ਬਸਤਰ ਖਰਾਬ ਹੁੰਦੇ, ਸੇਵਾ ਮੈਨੂੰ ਬਖਸ਼ੋ। ਫਿਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਰਾਏ ਕੱਲਾ ਅਸੀਂ 5 ਬੁੱਕ ਕੱਢਣੇ ਸੀ, ਇਹ ਲਿਖਿਆ ਹੋਇਆ ਪੜ੍ਹੋ, ਖੋਜ ਕਰੋ। ਕਹਿੰਦੇ ਲਿਖਿਆ ਹੋਇਆ ਵੀ ਅਸੀਂ 5 ਬੁੱਕ ਕੱਢਣੇ ਸੀ, 3 ਬੁੱਕ ਕੱਢੇ ਆ ਵੀ ਅਸੀਂ ਵੀ ਤੂੰ ਸਾਨੂੰ ਇੰਟਰਪਟ ਕਰਤਾ। ਹੁਣ ਅਸੀਂ ਕਲਯੁਗ 'ਚ ਆਵਾਂਗੇ, ਇੱਥੋਂ ਥੋੜੀ ਦੂਰ ਨਗਰ ਹੋਊ, ਅਸੀਂ ਉੱਥੇ ਅਵਤਾਰ ਧਾਰਾਂਗੇ। ਜਿਹੜਾ ਕੰਮ ਹੁਣ ਅਧੂਰਾ ਰਹਿ ਗਿਆ ਅਸੀਂ ਉਦੋਂ ਪੂਰਾ ਕਰਾਂਗੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰੇ ਵੱਲ ਜੰਗ ਯੁੱਧ ਕੀਤੇ ਤੇ ਬਾਬਾ ਜੀ ਨੇ 7.5 ਲੱਖ ਪ੍ਰਾਣੀ ਨੂੰ ਅੰਮ੍ਰਿਤ ਛਕਾਇਆ। ਫਿਰ ਮੈਂ ਹੁਣ 2 ਬਚਨ ਸੁਣਾ ਕੇ ਸਮਾਪਤੀ ਕਰ ਦੇਣੀ ਹੈ। ਦਾਸ ਨੇ ਦੇਖਿਆ ਜੀ, ਦਾਸ ਜਦੋਂ ਬਾਬਾ ਜੀ ਨੇ ਭਾਣਾ ਵਰਤਾਇਆ ਨਾ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ, ਦਾਸ ਦੀ ਉਮਰ ਉਦੋਂ 11 ਸਾਲ ਸੀ। 1962 ਸਾਲ ਦੀ ਲੜਾਈ ਲੱਗੀ, ਇੰਡੋ ਚਾਈਨਾ ਵਾਰ ਲੱਗੀ ਤੇ 17 ਸਿੱਖ ਰੈਜੀਮੈਂਟ ਹੁਸੈਨੀ ਵਾਲਾ ਬਾਰਡਰ ਤੋਂ 17 ਸਿੱਖ ਰੈਜੀਮੈਂਟ ਹੁਸੈਨੀ ਵਾਲਾ ਬਾਰਡਰ ਤੋਂ 17 ਸਿੱਖ ਰੈਜੀਮੈਂਟ ਨੂੰ ਹੁਕਮ ਹੋ ਗਿਆ ਵੀ ਨੇਫਾ ਲਦਾਖ ਜਾ ਕੇ ਵੀ ਪਹੁੰਚੋ, ਰਿਪੋਰਟ ਦਿਓ। ਦਾਸ ਦੇ ਸਾਹਮਣੇ ਦਾਸ ਦੇ ਪਿਤਾ ਜੀ ਨੇ ਪ੍ਰਸ਼ਾਦ ਵਰਤਾਇਆ, ਉੱਥੇ ਭਾਈ ਸਾਹਿਬ ਜੀ ਪ੍ਰਸ਼ਾਦ ਵਰਤਾਇਆ। ਤੇ ਜਦੋਂ ਉੱਥੇ ਰੈਜੀਮੈਂਟ ਲੰਘਣ ਲੱਗੀ ਨਾਨਕਸਰ, ਤੇ ਰੈਜੀਮੈਂਟ ਦੇ ਕਰਨਲ ਸੀ, ਕਰਨਲ ਸਰਬੰਗ ਸਿੰਘ ਨੱਥੋਵਾਲ ਦੇ। ਉਹਨਾਂ ਕੋਲ ਸਿੱਖ ਫੌਜੀ ਆਦੇ ਬੜੇ ਜਵਾਨ ਮੁੰਡੇ ਸੀ, 6-6 ਫੁੱਟੇ ਜਵਾਨ ਹੁੰਦੇ ਆ ਉਹ 'ਚ ਰੈਜੀਮੈਂਟ 'ਚ, ਟਾਈਗਰ ਰੈਜੀਮੈਂਟ ਆ ਬਾਈ ਦੀ। ਤੇ ਉਹ ਕਹਿੰਦੇ ਵੀ ਬਈ ਬਾਬਾ ਜੀ ਅਸੀਂ ਉਹ ਭੁਗਤ ਚੱਲੀਏ, ਪਤਾ ਨਹੀਂ ਅਸੀਂ ਮਰਨਾ ਪਤਾ ਹੀ ਜਿਉਣਾ, ਵੀ ਅਸੀਂ ਬਾਬਾ ਜੀ ਕੋਲ ਕੇਰਾਂ ਵੀ ਦਰਸ਼ਨ ਮੇਲਾ ਕਰ ਜੀ। ਕਰਨਲ ਸਰਬੰਗ ਸਿੰਘ ਨੇ ਬੇਨਤੀ ਕੀਤੀ ਜੀ, ਹਾਂ ਉਹ ਕਹਿੰਦੇ ਵੀ ਉਹਨੇ ਬਾਬਾ ਜੀ ਨੂੰ ਕਿਹਾ, ਬਾਬਾ ਜੀ ਅਸੀਂ ਮੁੰਡੇ ਜੰਗ ਯੁੱਧ 'ਚ ਜਾ ਰਹੇ ਆ, ਵੀ ਸਿੱਖ ਫੌਜੀ ਆ, ਇਹਨਾਂ ਦੀ ਪੁਕਾਰ ਆ, ਇਹਦਾ ਮੈਂ ਸਬੂਤ ਦਊਂਗਾ, ਤੁਸੀਂ ਸੁਣੋ ਵੀ ਪੁਕਾਰ ਹੈ ਇਹਨਾਂ ਦੀ ਵੀ ਪਤਾ ਨਹੀਂ ਅਸੀਂ ਜਿਉਣਾ ਪਤਾ ਨਹੀਂ ਮਰਨਾ, ਪਰ ਇੱਕ ਵਾਰੀ ਤੁਹਾਡੇ ਚਰਨ ਛੂਹਣੇ ਚਾਹੁੰਦੇ ਆ, ਪਰ ਸਾਡੇ ਕੋਲ ਸਮਾਂ ਹੈ ਨਹੀਂ। ਬਾਬਾ ਜੀ ਇਹ ਕਿਹਾ, ਬਾਬਾ ਜੀ ਅਸੀਂ ਬੂਟ ਨਹੀਂ ਲਾ ਸਕਦੇ, ਬੜੇ ਤਸਵੇਂ ਬੰਦੇ ਆ, ਔਰ ਸਾਡਾ ਟਾਈਮ ਅਸੀਂ ਟਾਈਮ ਸਿਰ ਪਹੁੰਚਣਾ। ਤੇ ਬਾਬਾ ਜੀ ਬਾਹਰ ਆ ਗਏ। ਬਾਬਾ ਜੀ ਕਹਿੰਦੇ ਆਉਣ ਦੇ ਮੁੰਡਿਆਂ ਨੂੰ, ਆ ਗਏ ਬਾਬਾ ਜੀ ਨੇ ਮੁੰਡਿਆਂ ਨੂੰ ਥਾਪੜਾ ਦਿੱਤਾ। ਸਿੱਖ ਫੌਜੋ ਕਹਿੰਦੇ ਜਾ ਕੇ ਚੀਨਿਆਂ ਤੋਂ ਕਹਿੰਦੇ ਚੀਨੇ ਤੁਹਾਡੇ ਸਾਹਮਣੇ ਕੀ ਆ, ਗੁਰੂ ਦੀਆਂ ਫੌਜਾਂ। ਤੇ ਉਹ ਮੁੰਡਿਆਂ ਨੇ ਜੀ ਦੇਖੋ ਇੱਕ ਗੱਲ ਕਹੀ ਸਾਡੇ ਸਾਹਮਣੇ, ਮੇਰੇ ਪਿਤਾ ਜੀ ਪ੍ਰਸ਼ਾਦ ਵਰਤਾ ਰਹੇ ਆ, ਰਤਨ ਸਿੰਘ ਕਲੇਰਾਂ ਵਾਲਾ ਪ੍ਰਸ਼ਾਦ ਵਰਤਾ ਰਹੇ ਆ। ਫਿਰ ਮੇਰੇ ਪਿਤਾ ਜੀ ਨੂੰ ਬਾਬਾ ਜੀ ਨੇ ਇਸ਼ਾਰਾ ਕੀਤਾ, ਤੂੰ ਵੀ ਵਰਤਾ, ਪ੍ਰਸ਼ਾਦ ਵਰਤਾ ਰਹੇ ਆ। ਪ੍ਰਸ਼ਾਦ ਵਰਤਾਉਂਦੇ ਫਿਰ ਮੇਰੇ ਬਾਬਾ ਜੀ ਬਲਾਸ ਕਰਦੇ ਆ ਵੀ ਕਹਿੰਦੇ ਵੀ ਆਹ ਤਾਂ ਸਾਡਾ ਬੁੱਢਾ ਫੌਜੀ ਹੋ ਗਿਆ ਰਤਨ ਸਿੰਘ ਕਲੇਰਾਂ, ਆਹ ਅਸੀਂ ਜੰਗ ਫੌਜੀ ਭਰਤੀ ਕੀਤਾ ਦਾਸ ਦੇ ਪਿਤਾ ਜੀ ਨੂੰ। ਫਿਰ ਪ੍ਰਸ਼ਾਦ ਉਹ ਮੁੰਡੇ ਕਹਿੰਦੇ ਜੀ, ਮੁੰਡਿਆਂ ਦੇਖੋ ਜੀ ਹੁਣ ਗੱਲ ਸੁਣਨ ਆਈ ਆ, ਉਹ ਮੁੰਡੇ ਕਹਿੰਦੇ ਬਾਬਾ ਜੀ ਅਸੀਂ ਵੀ ਫੱਕੀ ਉਡਾ ਦਾਂਗੇ, ਪਰ ਵੀ ਇੱਕ ਬੇਨਤੀ ਆ ਸਾਡੀ ਵੀ। ਸਿੱਖ ਫੌਜੀ ਕਹਿੰਦੇ, ਬਾਬਾ ਜੀ ਕਹਿੰਦੇ ਵੀ ਦੱਸੋ।
ਕਹਿੰਦੇ ਬਾਬਾ ਜੀ ਤੁਸੀਂ ਉੱਥੇ ਜੰਗ ਵਿੱਚ ਆਪ ਆਓ ਸਾਡੇ ਨਾਲ, ਵੀ ਅਸੀਂ ਵੀ ਜਿਵੇਂ ਤੁਹਾਡਾ ਹੁਕਮ ਅਸੀਂ ਕਰ ਦਾਂਗੇ। ਫਿਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ, ਦੇਖੋ ਤੁਸੀਂ ਬੈਠੇ ਹੋ, ਅਸੀਂ ਖੋਜ ਕਰਦੇ ਰਹੇ ਹਾਂ ਸਾਰੇ ਪਾਸੇ, ਫਿਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਅਸੀਂ ਪਹੁੰਚਾਂਗੇ ਜੰਗ 'ਚ। ਉੱਥੇ ਆ ਗਿਆ ਜੀ ਚਸ਼ੂਲ ਦਾ ਹੈਲੀਕਾਪਟਰ ਅੱਡਾ, ਆ ਤੁਸੀਂ ਦੇਖਦੇ ਹੋ, ਲੁਧਿਆਣੇ ਜਾਓ, ਮੋਗੇ ਜਾਓ, ਸਿਪਾਹੀ ਕੇਵਲ ਸਿੰਘ ਦਾ ਬੁੱਤ ਲੱਗਿਆ, ਸੂਬੇ ਦਾ ਜੋਗਿੰਦਰ ਸਿੰਘ ਦਾ ਬੁੱਤ ਲੱਗਿਆ। ਉੱਥੇ ਆ ਗਿਆ ਚਸ਼ੂਲ ਦਾ ਹੈਲੀਕਾਪਟਰ ਅੱਡਾ, ਤੇ ਉੱਥੇ ਸਿੱਖ ਫੌਜੀ ਦੀ ਰੈਜੀਮੈਂਟ ਆ ਗਈ, 17 ਸਿੱਖ ਪਹੁੰਚ ਗਈ। ਜੰਗ ਬੜਾ ਘਮਸਾਣ ਦਾ ਚੱਲ ਪਿਆ ਤੇ ਚੱਲ ਰਿਹਾ। ਸਰਦਾਰ ਸਰਜੀਤ ਸਿੰਘ ਮਜੀਠੀਆ ਬਾਬਾ ਜੀ ਸ਼ਰਧਾਲੂ ਸੀ, ਉਹਨਾਂ ਦੇ ਉਹ ਇੰਡੀਆ ਦੇ ਭਾਰਤ ਦੇ ਉਪ ਰੱਖਿਆ ਮੰਤਰੀ ਸੀ। ਉਹ ਬਾਬਾ ਜੀ ਦੇ ਬਚਨ ਸਿੱਖ ਫੌਜੀਆਂ ਨੂੰ ਸੁਣਾ ਰਹੇ ਆ, ਸਿੱਖ ਫੌਜੀਆਂ ਨੂੰ ਸੁਣਾ ਰਹੇ ਆ। ਜੰਗ ਜਦੋਂ ਹੋ ਰਿਹਾ ਤੇ ਬਾਬਾ ਜੀ ਖੁਦ ਵੀ ਲੜਾਈ ਦੇ ਵਿੱਚ ਪਹੁੰਚੇ। ਉਹ ਕਿਵੇਂ ਪਹੁੰਚੇ? ਬਾਬਾ ਜੀ ਐਟ ਦੈਟ ਟਾਈਮ ਬਾਬਾ ਜੀ ਵਾਜ ਇਨ ਸੀੜਾ ਗੁਰਦਾਸਪੁਰ, ਬਾਬਾ ਜੀ ਉੱਥੇ ਸੀ। ਬਾਬਾ ਜੀ ਰਾਤ ਨੂੰ 12:15 ਵਜੇ ਜੀ ਜਦੋਂ ਅੰਮ੍ਰਿਤ ਗੁਰੂ ਸਾਹਿਬ ਦੀ ਹਜ਼ੂਰੀ 'ਚ ਗਏ, ਨਤੇਮ 'ਚ ਪਹਿਰੇਦਾਰਾਂ ਨੇ ਪਹਿਰੇ ਲਾ ਲਏ ਉੱਥੇ, ਤੇ ਉੱਥੇ ਜਾ ਕੇ ਉਹ ਕੀ ਹੋਇਆ, ਜਦੋਂ ਬਾਬਾ ਜੀ 5-5:30 ਵਜੇ ਆਏ ਨਾ ਜੀ ਵਾਪਸ, ਬਾਬਾ ਜੀ ਦਾ ਚੋਲਾ ਸਭ ਲਹੂ ਨਾਲ ਲਿਬੜਿਆ ਹੋਇਆ, ਬਾਬਾ ਜੀ ਦਾ ਹਜ਼ੂਰੀਆ ਲਹੂ ਨਾਲ ਲਿਬੜਿਆ ਹੋਇਆ, ਬਾਬਾ ਜੀ ਦਸਤਾਰ ਤੇ ਲਹੂ ਦੇ ਛਿੱਟੇ ਵੱਜੇ ਹੋਏ। ਤੇ ਉਹ ਸਾਰੇ ਜਿਹੜੇ ਸੇਵਾਦਾਰ ਸੀ, ਪਹਿਰੇ ਦਾ ਭਾਈ ਜਾਗ ਸੋਣੀ, ਫੌਜੀ ਬੈਰਕਾਂ ਵਾਲੇ ਸਾਰੇ, ਉਹ ਕਹਿੰਦੇ ਵੀ ਇੱਥੇ ਕੌਣ ਵੜ ਗਿਆ ਰਾਤ, ਬੜੇ ਘਬਰਾ ਗਏ। ਫਿਰ ਬਾਬਾ ਜੀ ਨੇ ਵਜ੍ਹਾ ਕੀਤਾ ਵੀ ਰਾਤ ਸਾਨੂੰ ਜੰਗ ਦੇ ਉੱਤੇ ਜਾਣਾ ਪਿਆ ਸੀ। ਹੁਣ ਦੇਖੋ ਗਾਹਾਂ ਇੱਕ ਕੰਮ ਜ਼ਰੂਰ ਕਰਿਓ, ਬੇਨਤੀ ਆ ਤੁਹਾਡੇ ਚਰਨਾਂ 'ਚ ਸਾਰੀ ਸੰਗਤ ਦੇ, ਜੇ ਤੁਸੀਂ ਬਾਬਾ ਜੀ ਨੂੰ ਵੀ ਬਾਬਾ ਜੀ ਸ਼ਰਧਾ ਰੱਖਦੇ ਹੋ, ਆ ਸੀੜਾ ਗੁਰਦਾਸਪੁਰ ਠਾਠ ਨਾਨਕਸਰ 'ਚ ਜਾਓ, ਉਹੀ ਲਹੂ ਨਾਲ ਲਿਬੜੇ ਬਸਤਰ ਉਹਨਾਂ ਨੇ ਬਾਬਾ ਗੁਰਦੇਵ ਸਿੰਘ ਸਮਾਧ ਵਾਲੇ ਨੇ ਸ਼ੀਸ਼ੇ 'ਚ ਜੜਾ ਕੇ ਰੱਖੇ ਹੋਏ ਆ। ਲਹੂ ਦੇ ਉੱਤੇ ਸਾਰੇ ਲਹੂ ਦੇ ਮਾਰਕਾ, ਲਹੂ ਨਾਲ ਚੋਲਾ ਲਿਬੜਿਆ ਹੈ, ਹਜ਼ੂਰੀਆ ਲਿਬੜਿਆ ਹੈ, ਸਾਰੇ ਬਸਤਰ ਸ਼ੀਸ਼ੇ 'ਚ ਜੜਾ ਕੇ ਰੱਖੇ ਹੋਏ ਆ ਬਾਬਾ ਜੀ। ਫਿਰ ਉਹ 17 ਸਿੱਖ ਰੈਜੀਮੈਂਟ ਪਹਿਲੀ ਰੈਜੀਮੈਂਟ ਆ ਜੀ ਜਿਹੜੀ ਕਿ ਭਾਰਤ ਦੀ ਰੈਜੀਮੈਂਟ ਹੋਵੇ। ਮੇਰਾ ਬ੍ਰਦਰ ਵੱਡਾ ਕਮਾਂਡਰ ਰਿਟਾਇਰ ਹੋਇਆ ਜੀ ਇੰਡੀਅਨ ਨੇਵੀ 'ਚੋਂ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਇਹ ਕਿਵੇਂ ਹੋ ਸਕਦਾ ਵੀ ਰੈਜੀਮੈਂਟ ਜਿਹੜੀ ਉਹ ਬਾਬਾ ਈਸ਼ਰ ਸਿੰਘ ਜੀ ਦੇ ਨਾਂ 'ਤੇ ਹੋਵੇ, ਦੈਟਸ ਇੰਪੋਸੀਬਲ। ਅਤੇ ਉਹ ਕਹਿੰਦਾ ਵੀ ਖਾਸ ਵਜ੍ਹਾ ਹੋਵੇ ਹੁੰਦੀ ਆ। ਫਿਰ ਉਹ 17 ਸਿੱਖ ਰੈਜੀਮੈਂਟ ਨੇ ਬਈ ਉੱਥੇ ਬਈ ਅਰਦਾਸ ਕੀਤੀ, ਉਹ ਕਹਿੰਦੇ ਬਾਬਾ ਜੀ ਨੇ ਸਾਡੀ ਰੱਖਿਆ ਕੀਤੀ ਜੰਗ ਦੇ ਵਿੱਚ। ਅਤੇ ਫਿਰ ਉਹ 17 ਸਿੱਖ ਰੈਜੀਮੈਂਟ ਅੱਜ ਚੈੱਕ ਕਰੋ, 6-6 ਫੁੱਟੇ ਜਵਾਨ ਮੁੰਡੇ ਆ, 1700-1800 ਦੀ ਨਫਰੀ ਆ ਉਹ ਰੈਜੀਮੈਂਟ ਦਾ। ਵੀ ਜਿਹੜੇ ਰੈਜੀਮੈਂਟ ਆ ਅੰਡਰ ਦੀ ਨੇਮ ਆਫ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਚੱਲ ਰਹੀ ਆ। ਫਿਰ ਉਹ 17 ਸਿੱਖ ਰੈਜੀਮੈਂਟ ਹਰੇਕ ਬਰਸੀ ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਬਰਸੀ ਤੇ ਇੱਥੇ ਨਾਨਕਸਰ ਆਉਂਦੀ ਆ, 20 ਫੌਜੀ ਆਉਂਦੇ ਆ, 20 ਫੌਜੀ ਆਉਂਦੇ ਆ। ਬਾਬਾ ਲੱਖਾ ਸਿੰਘ ਜੀ ਇੱਥੇ ਫੌਜੀਆਂ ਦੇ ਦਰਸ਼ਨ ਵੀ ਕਰਾਉਂਦੇ, ਉਹਨਾਂ ਦੇ ਖੜੇ ਹੁੰਦੇ ਇੱਥੇ ਮੁੰਡੇ ਪਹਿਰੇ ਤੇ, ਉਦੋਂ ਦੇ ਆਉਂਦੇ ਆ 63 ਦੇ ਆਉਂਦੇ ਆ 63 ਆਉਂਦੇ। ਫਿਰ ਜਦੋਂ ਰੈਜੀਮੈਂਟ ਆਈ, ਉਹ ਰੈਜੀਮੈਂਟ ਇੱਕ ਵਾਰੀ ਬਾਬਾ ਜੀ ਦੀ ਬਰਸੀ ਮਨਾਉਣੀ ਭੁੱਲ ਗਈ। ਬਾਬਾ ਜੀ ਦੀ ਬਰਸੀ ਉੱਥੇ ਆਪਦੀ ਰੈਜੀਮੈਂਟ 'ਚ ਮਨਾਉਂਦੀ, ਜੇ ਰਾਮਗੜ੍ਹ ਉਹ ਰਾਮਗੜ੍ਹ, ਜੇ ਉੱਧਰ ਪੂਨੇ ਹੁਣ ਪੂਨੇ, ਉਹ ਮਨਾਉਣੀ ਭੁੱਲ ਗਈ। ਫਿਰ ਉਹ ਰੈਜੀਮੈਂਟ ਕੀ ਹੋਇਆ ਜੀ, ਉਹ ਸਾਰਾ ਜਦੋਂ ਰਾਜੀਵ ਗਾਂਧੀ ਆਪਣੇ ਭਾਰਤ ਦੇ ਪ੍ਰਾਈਮ ਮਿਨਿਸਟਰ ਸੀ, ਉਦੋਂ ਇਹਨਾਂ ਨੇ ਸ੍ਰੀਲੰਕਾ ਦੇ ਵਿੱਚ ਆਪਣੀਆਂ ਫੌਜਾਂ ਭੇਜੀਆਂ। 17 ਸਿੱਖ ਰੈਜੀਮੈਂਟ ਦੀ ਡਿਊਟੀ ਲੱਗ ਗਈ ਸ੍ਰੀਲੰਕਾ 'ਚ। ਆਹ ਸੁਣਨ ਵਾਲੀ ਗੱਲ ਹੈ ਜਨਾਬ, ਉੱਥੇ ਰੈਜੀਮੈਂਟ ਲੱਗ ਗਈ। ਉੱਥੇ ਕੇਲੇ ਦੇ ਬਾਗ ਸੀ, ਬੜੇ ਗਰੀਲਾ ਫੌਜੀ ਆ ਉਹ, ਗਰੀਲਾ ਤਾਮਿਲ ਦਾ, ਅਤੇ ਉਹਨਾਂ ਨੇ ਵੀ ਸਾਰਾ ਕੁਛ ਉਹ ਕੀਤਾ, ਅਤੇ ਵੀ ਚਾਰੇ ਪਾਸੇ ਤੋਂ 17 ਸਿੱਖ ਰੈਜੀਮੈਂਟ ਘਿਰ ਗਈ। ਅੱਜ ਮੈਂ ਆਇਆ ਕਰਕੇ ਨਾ ਜੀ ਜਹਾਜ਼ 'ਤੇ ਮੈਂ ਬਹੁਤ ਥੱਕਿਆ ਹੋਇਆ, ਮੈਂ ਇਸ ਕਰਕੇ ਨਾ ਕੋਈ ਡੀਹਾਈਡਰੇਟਡ ਹੋਣ ਦਾ ਗਿਆ, ਇਸ ਕਰਕੇ ਮੈਨੂੰ ਪਾਣੀ ਪੀਣਾ ਪਿਆ। 17 ਸਿੱਖ ਰੈਜੀਮੈਂਟ ਸ੍ਰੀਲੰਕਾ 'ਚ ਪੂਰੀ ਤਰ੍ਹਾਂ ਘਿਰ ਗਈ, ਘੇਰੀ। ਤੇ ਉੱਥੋਂ ਉਹਨਾਂ ਦੇ ਗਰੀਲਿਆਂ ਨੇ ਚਾਰੇ ਪਾਸੇ ਇੱਧਰੋਂ ਵੀ ਫਾਇਰਿੰਗ ਕਰਤੀ, ਉੱਧਰੋਂ ਵੀ ਫਾਇਰਿੰਗ ਕਰਤੀ, ਇੱਧਰੋਂ ਫਾਇਰਿੰਗ ਕਰਤੀ, ਇੱਧਰੋਂ ਫਾਇਰਿੰਗ ਕਰਤੀ। ਜਿਹੜੀ 17 ਸਿੱਖ ਰੈਜੀਮੈਂਟ ਪੂਰੀ ਅੰਡਰ ਉਹਨਾਂ ਦੇ ਆ ਗਈ ਜੀ, ਕੰਟਰੋਲ 'ਚ ਆ ਗਈ। ਉਹ ਕਹਿੰਦੇ ਵੀ ਕੀ ਗੱਲ ਹੋ ਗਈ, ਕਹਿੰਦੇ ਆਪਣੀ ਇਸ ਨੂੰ ਤੇ ਆਓ। ਫਿਰ ਫੌਜੀ ਕਹਿੰਦੇ ਵੀ ਆਪਾਂ ਇੱਕ ਗਲਤੀ ਕਰ ਬੈਠੇ। ਕਹਿੰਦੇ ਕੀ? ਕਹਿੰਦੇ ਆਪਾਂ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ਨਹੀਂ ਮਨਾਈ, ਇਹ ਚੀਜ਼ ਤਾਂ ਹੋਈ ਆ। ਫਿਰ ਉਹਨਾਂ ਨੇ 17 ਸਿੱਖ ਰੈਜੀਮੈਂਟ ਨੇ ਖੜ੍ਹ ਕੇ ਅਰਦਾਸ ਕੀਤੀ। ਫਿਰ ਉਸ ਤੋਂ ਬਾਅਦ ਬਈ ਇੱਕ ਪਾਸੇ ਰਾਹ ਮਿਲ ਗਿਆ, ਸਾਰੀ ਰੈਜੀਮੈਂਟ ਸੁੱਖ ਸੁਲੀਆਂ ਨਿਕਲ ਗਈ।
ਇਹ ਬਾਬਾ ਜੀ ਦੀਆਂ ਕਰਾਮਾਤਾਂ, ਬਾਬਾ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀਆਂ। ਮੈਂ ਤੁਹਾਨੂੰ ਇੱਕ ਹੋਰ ਬਚਨ ਕਰਦਾ, 3 ਬਚਨ ਕਿਹਾ ਸੀ, ਮੈਂ ਇੱਕ ਹੋਇਆ, ਦੂਜੇ 2 ਵੀ ਕਰਦਾ। ਮੇਰੇ ਕੀਮਤੀ ਬਚਨ ਹੋਣਗੇ, ਮੈਂ ਖੋਜ ਕੀਤੀ ਹੋਈ ਹੈ ਬਚਨਾਂ ਦੀ। ਮੈਂ ਰਿਹਾ ਜੀ ਇੰਗਲੈਂਡ 1977 ਚ, ਮੈਂ ਇੰਗਲੈਂਡ ਚਲਿਆ ਗਿਆ ਸੀ। 23 ਸਾਲ ਮੈਂ ਇੰਗਲੈਂਡ ਰਿਹਾ। 23 ਸਾਲ ਮੈਨੂੰ ਅਮਰੀਕਾ ਕੈਲੀਫੋਰਨੀਆ 'ਚ ਹੋ ਗਏ ਰਹਿੰਦੇ ਨੂੰ। ਤੇ ਉੱਥੇ ਦਾ ਜੀ ਦੁਨੀਆ ਦਾ ਪਹਿਲਵਾਨ 27 ਸਾਲ ਜਿਹਨੇ ਦੁਨੀਆ ਤੇ ਆਪਦਾ ਸਿੱਕਾ ਜਮਾਇਆ, ਤੇ ਉਹਦਾ ਨਾਮ ਸੀ ਟਾਈਗਰ ਜੀਤ ਸਿੰਘ। ਉਹਦਾ ਪਿੰਡ ਸੀ ਸੂਜਾਪੁਰ, ਜਗਰਾਉਂ ਦੇ ਕੋਲ ਸੂਜਾਪੁਰ ਪਿੰਡ ਸੀਗਾ। ਤੇ ਉਹਨੇ ਉੱਥੇ ਉਹਦੇ ਪਿਤਾ ਜੀ ਕਰਨਲ ਗੁਰਬਚਨ ਸਿੰਘ ਬਾਬਾ ਜੀ ਦੇ ਬਹੁਤ ਸ਼ਰਧਾਲੂ ਸੀ। ਤੇ 1961 ਸਾਲ ਦੇ ਵਿੱਚ ਉਹਨੇ ਇੱਥੇ ਬਾਬਾ ਜੀ ਕੋਲ ਬੇਨਤੀ ਕੀਤੀ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਕੋਲ, ਬਾਬਾ ਜੀ ਬਈ ਅਸੀਂ ਜ਼ਿਮੀਂਦਾਰ ਪਰਿਵਾਰ ਆ, ਮੇਰੇ 3 ਬੱਚੇ ਆ, 3 ਲੜਕੇ ਆ, 2 ਲੜਕੀਆਂ, ਵੱਡਾ ਪਰਿਵਾਰ ਆ, ਸਾਡੇ 'ਤੇ ਕਿਰਪਾ ਕਰੋ, ਜ਼ਮੀਨ ਸਾਡੇ ਕੋਲ ਥੋੜ੍ਹੀ ਆ, ਬਈ ਜੇ ਬਾਬਾ ਜੀ ਕਿਰਪਾ ਕਰ ਦਿਓ, ਜੇ ਬੱਚੇ ਬਾਹਰ ਚਲੇ ਜਾਣ। ਤੇ ਫਿਰ ਉਹਨਾਂ ਨੇ ਜੀ ਬਈ ਉਸ ਤੋਂ ਬਾਅਦ ਜੀ ਉਹਨੇ ਵੀ ਉਹ ਕਹਿੰਦੇ ਵੀ ਕਰੋ ਜੀ ਕਿਰਪਾ। ਫਿਰ ਬਾਬਾ ਜੀ ਨੇ ਬਚਨ ਕੀਤੇ ਵੀ ਕਹਿੰਦੇ ਕੋਈ ਨਾ, ਕਹਿੰਦੇ ਦੇਖੋ ਜੀ ਨਾਨਕ ਸਰੋਂ ਬੰਦੇ ਭੁਗਤ ਕੇ ਜਾ ਰਹੇ ਆ, ਤੇ ਕੈਪਟਨ ਕਰਨਲ ਸਾਹਿਬ ਭੁਗਤ ਕੇ ਜਾ ਰਹੇ ਗੁਰਬਚਨ ਸਿੰਘ। ਤੇ ਉਹਨਾਂ ਦੇ ਜਾਂਦਿਆਂ ਦੀ ਉਹਨਾਂ ਦੀ ਕਾਰ ਜਗਰਾਉਂ ਤੇ ਨਾਨਕਸਰ ਦੇ ਵਿਚਾਲੇ ਕਾਰ ਖਰਾਬ, ਬਾਬਾ ਜੀ ਉਹ ਭੁਗਤ ਗਏ, ਬਾਬਾ ਜੀ ਦਾ ਪ੍ਰਸੰਤਾ ਲੈ ਕੇ ਗਏ, ਕਾਰ ਖਰਾਬ ਹੋ ਗਈ। ਕਾਰ ਖਰਾਬ ਹੋਣ 'ਚ ਇੱਥੇ ਨਹੀਂ, ਉਹਨਾਂ ਦੀ ਕਾਰ ਨਹੀਂ ਖਰਾਬ, ਉਹ ਜਾ ਰਹੇ ਆ ਕਿ ਕਿਸੇ ਗੋਰੇ ਦੀ ਕਾਰ ਖਰਾਬ ਖੜੀ ਆ, 4 ਗੋਰੀਆਂ ਵਿੱਚ ਆ, ਤੇ ਕਾਰ ਖਰਾਬ ਆ। ਤੇ ਉਹ ਕਹਿੰਦੇ ਵੀ ਕੀ ਕੀਤਾ ਜਾਵੇ। ਤੇ ਉਹਨਾਂ ਨੇ ਜੀ ਫਿਰ ਉਸ ਮੌਕੇ ਕਿਹਾ ਵੀ ਉਹ ਕਹਿੰਦੇ ਵੀ ਗੋਰਿਆਂ ਨੂੰ ਕਹਿੰਦੇ ਵੀ ਤੁਸੀਂ ਸਾਡੀ ਕਾਰ ਲੈ ਲਓ, ਅਸੀਂ ਡਰਾਈਵਰ ਦਿੰਦੇ ਆ, ਆਪਦੀ ਕਾਰ ਛੱਡ ਜਾਓ, ਅਸੀਂ ਠੀਕ ਕਰਾ ਕੇ ਜਲੰਧਰ ਕੈਂਟ ਪਹੁੰਚਾ ਦਾਂਗੇ। ਤੇ ਉਹ ਕਹਿੰਦੇ ਗੋਰੇ ਕਹਿੰਦੇ ਠੀਕ ਆ, ਟੁੱਟੀ ਫੁੱਟੀ ਅੰਗਰੇਜ਼ੀ 'ਚ ਕਿਹਾ ਜਿਵੇਂ ਆਪਣੇ ਹੁੰਦੇ ਆ ਨਾ, ਉਹਨੇ ਕਹਿਤਾ। ਤੇ ਉਹ ਚਲੇ ਗਏ, ਉਹ ਆਪਦੀ ਕਾਰ ਠੀਕ ਕਰਾ ਕੇ ਵੀ ਜਦੋਂ ਕਰਨਲ ਸਾਹਿਬ ਉੱਥੇ ਲੈ ਕੇ ਗਏ ਵੀ ਆਹ ਗੋਰੇ ਨੂੰ ਕਹਿੰਦੇ ਤੁਹਾਡੀ ਕਾਰ ਆ। ਉਹ ਗੋਰਾ ਜਿਹੜਾ ਜੀ ਕਹਿੰਦਾ, ਗੋਰੇ ਨੇ ਉਹਨੂੰ ਕਹਿੰਦਾ ਵੀ ਮਿਸਟਰ ਸਿੰਘ ਵਾਟ ਕੈਨ ਆਈ ਡੂ ਫॉर ਯੂ, ਮਿਸਟਰ ਸਿੰਘ ਮੈਂ ਤੁਹਾਡੀ ਖਾਤਰ ਕੀ ਕਰ ਸਕਦਾ। ਉਹ ਕਹਿੰਦੇ ਵੀ ਪਹਿਲਾਂ ਤੁਸੀਂ ਦੱਸੋ ਸੀ ਆਪ ਹੈ ਕੌਣ, ਆਪ ਹੈ ਕੌਣ। ਉਹ ਕਹਿੰਦੇ ਜੀ ਮੈਂ ਕੈਨੇਡਾ ਦਾ ਹਾਈ ਕਮਿਸ਼ਨਰ ਆਫ ਇੰਡੀਆ ਕੈਨੇਡਾ। ਤੇ ਉਹ ਕਹਿੰਦਾ ਵੀ ਫਿਰ ਸਾਡੇ 'ਤੇ ਕਿਰਪਾ ਕਰ ਦਿਓ ਵੀ ਸਾਡੇ ਬੱਚਿਆਂ ਨੂੰ ਵੀਜ਼ਾ ਦੇ ਦਿਓ। ਉਹ ਕਹਿੰਦੇ ਦੈਟਸ ਫਾਈਨ, ਤੁਸੀਂ ਆਓ ਉੱਥੇ ਸਾਡੇ ਕੋਲ। ਉਹ ਫਿਰ ਉੱਥੇ ਗਏ ਕੈਨੇਡਾ, ਫਿਰ ਸਾਰੇ ਪਰਿਵਾਰ ਨੂੰ ਉਹਨੇ 9 ਮੈਂਬਰਾਂ ਨੂੰ ਵੀਜ਼ਾ ਦਿੱਤਾ। ਫਿਰ ਉਹਨੇ ਜੀ ਅੱਜ ਤੋਂ ਦੇਖੋ, ਆ ਸੁਣਨਾ ਹੀ ਗੱਲ ਆ ਜੀ, ਅੱਜ ਤੋਂ 34 ਸਾਲ ਪਹਿਲਾਂ ਟਾਈਗਰ ਜੀਤ ਸਿੰਘ ਨੇ ਇੰਗਲੈਂਡ ਦਾ ਪੇਪਰ ਦੇਸ਼ ਪ੍ਰਦੇਸ਼, ਉਹਨੇ ਇਹ ਬਚਨ ਸੁਣਾਇਆ, ਬਾਬਾ ਜੀ ਦਾ ਬਚਨ ਸੁਣਾਇਆ, ਦੇਸ਼ ਪ੍ਰਦੇਸ਼ ਵਿੱਚ ਕਢਾਇਆ। ਮੈਂ 34 ਸਾਲ ਉਹਦੇ ਮਗਰ ਫਿਰਦਾ ਰਿਹਾ ਜੀ, ਭਾਈ ਸੁਰਜਨ ਸਿੰਘ 34 ਸਾਲ ਬੰਦਾ ਫਿਰਦਾ ਰਿਹਾ ਜੀ ਮਗਰ ਉਹਦੇ, 34 ਸਾਲ ਮੈਂ ਮਗਰ ਫਿਰਦਾ ਰਿਹਾ ਉਹਦੇ। ਅਖੀਰ ਤੇ ਇਵੈਂਚੁਅਲੀ ਸਮਾਂ ਬਣਿਆ, ਮੈਂ ਇੰਗਲੈਂਡ ਤੋਂ 23 ਸਾਲ ਬਾਅਦ ਮੈਂ ਅਮਰੀਕਾ ਸ਼ਿਫਟ ਹੋ ਗਿਆ। ਅਮਰੀਕਾ ਤੋਂ ਕੈਨੇਡਾ, ਮੇਰੀ ਡਾਟਰ ਕੈਨੇਡਾ ਵਾ, ਤੇ ਮੈਂ ਉਹਦੇ ਕੋਲ ਜਾਵਾਂ, ਦੇਖਾਂ, ਮੈਨੂੰ ਉਹ ਟਾਈਗਰ ਚੀਜ਼ ਸੁਣਦੀ ਸੀ ਮੈਂ, ਕਿਉਂਕਿ ਟਾਈਗਰ ਜੀ ਉੱਤੇ ਵੱਡੇ ਬੰਦੇ ਨੂੰ ਕੀ ਤੇ ਬਾਬਾ ਜੀ ਨੇ ਸੱਚ, ਹਾਂ ਬਾਬਾ ਜੀ ਨੇ ਵਿਕਾਸ ਜੀ, ਜਦੋਂ ਬਾਬਾ ਜੀ ਨੇ ਉਹਨਾਂ ਨੂੰ ਆਪਦਾ ਇੱਕ ਗੁਰੂ ਨਾਨਕ ਦੇਵ ਜੀ ਦਾ ਜਾਣਵੇ ਸਰੂਪ ਦਿੱਤਾ, ਗੁਰੂ ਨਾਨਕ ਜੀ ਦਾ ਸਰੂਪ ਦਿੱਤਾ। ਉਹ ਸਰੂਪ ਉਹਦੇ ਪਿਤਾ ਸਿਰ ਦੇ ਉੱਤੇ ਚੱਕ ਕੇ ਆਪਦੇ ਪਿੰਡ ਸੂਜਾਪੁਰ ਗਏ, ਸੂਜਾਪੁਰ ਤੋਂ ਚੱਕ ਕੇ ਦਿੱਲੀ ਗਏ, ਦਿੱਲੀ ਤੋਂ ਚੱਕ ਕੇ ਕੈਨੇਡਾ ਗਏ। ਉਹ ਸਰੂਪ ਉਹਨਾਂ ਦੇ ਹੁਣ ਵੀ ਇੱਥੇ ਘਰ 'ਚ ਲਾਇਆ ਹੋਇਆ। ਫਿਰ ਮੈਂ ਉਸ ਸਰੂਪ ਦੇ ਦਰਸ਼ਨ ਕਰਨਾ ਚਾਹੁੰਦਾ ਸੀ। ਮੈਂ ਉੱਥੇ ਸਰਦਾਰ ਗੁਰਦੇਵ ਸਿੰਘ ਗਿੱਲ ਮੇਰੇ ਰਿਸ਼ਤੇਦਾਰ ਆ, ਮੈਂ ਉਹਨਾਂ ਨੂੰ ਵੀ ਲਿਆ, ਇੱਕ ਆਪਣੇ ਗਰੇਵਾਲ ਸਾਹਿਬ ਜਗਦੀਸ਼ ਸਿੰਘ ਗਰੇਵਾਲ ਝਾਂਡੇ ਤੋਂ ਸੀ, ਉਹਨਾਂ ਨਾਲ ਲਿਆ। ਮੈਂ ਟਾਈਗਰ ਦੇ ਘਰੇ ਚਲੇ ਗਿਆ। ਮੈਂ ਕਿਹਾ ਜੀ ਟਾਈਗਰ ਸਾਹਿਬ ਦੇਖੋ ਜੀ, ਮੇਰੇ ਕੋਲ ਰਿਕਾਰਡਿੰਗ ਆ ਜੀ ਉਹਦੀ ਭਰੀ ਹੋਈ, ਤੇ ਮੈਂ ਬਣਾ ਰਿਹਾ, ਮੈਂ ਉਹਦਾ ਗੱਲਬਾਤ ਕਰ ਰਿਹਾ, ਉਹ ਫਿਲਮ ਬਣਾ ਰਿਹਾ, ਵੀਡੀਓ ਬਣਾ ਰਿਹਾ। ਤੇ ਮੈਂ ਕਿਹਾ ਜੀ ਟਾਈਗਰ ਜੀ ਮੈਨੂੰ ਇਹ ਦੱਸੋ ਵੀ ਕੀ ਗੱਲ ਹੋਈ ਸੀ ਉੱਥੇ ਨਾਨਕਸਰ, ਧੰਨ ਧੰਨ ਬਾਬਾ ਈਸ਼ਰ ਸਿੰਘ। ਉਹ ਕਹਿੰਦੇ ਵੀ ਬਾਬਾ ਜੀ ਜੋ ਮੇਰੇ ਪਿਤਾ ਨੇ ਬਚਨ ਲਿਆ ਬਾਬਾ ਜੀ ਤੋਂ। ਫਿਰ ਕਹਿੰਦੇ ਬਾਬਾ ਜੀ ਨੇ ਸਾਡੇ ਘਰੇ ਚਰਨ ਪਾਏ ਸੂਜਾਪੁਰ। ਕਹਿੰਦਾ ਟਾਈਗਰ ਕਹਿੰਦਾ ਮੈਂ ਉੱਥੇ ਛਿੜਕਾਅ ਕਰਦਾ ਸੀ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਆ ਰਹੇ। ਚਲੋ ਉਹਨੇ ਦੱਸਿਆ, ਉਹ ਕਰਦਾ ਜੀ ਵੀ ਰੋਣ ਲੱਗ ਗਿਆ ਟਾਈਗਰ। 27 ਸਾਲ ਦੁਨੀਆ ਦਾ ਪਹਿਲਵਾਨ, ਸਿੱਕਾ ਜਮਾਉਣ ਵਾਲਾ ਟਾਈਗਰ ਜੀ ਸੀ। ਮੇਰੇ ਕੋਲ ਵੀਡੀਓ ਆ ਜੀ ਬਣੀ ਹੋਈ। ਉਹ
ਪਹਿਲਵਾਨ ਰੋਣ ਲੱਗ ਗਿਆ। मैं क्या भी मैं कोई गलत गल कहती भी ये की गल हो गई है भी मेरे तो वीडियो खराब हो गई। तो वो जो कही तो वो कहता भी मैनू पानी पीना पैना। वो पानी पी के आया। वो कहता भी धन धन बाबा ईश्वर सिंह साढ़े ते कृपा की बई सानू कहता मैं एक जिमीदार का मुंडा सी 6 फुट 3 इंच कद। कहता बाबा जी ने देखो जी कहा मेरे मोढे ते बाबा जी ने थापड़ा दिता। कहते जाके गुरु की सिक्खी का नाम चमका। कहते मैनू कहता ये भी कहता मैं गुरु साहब की हजूरी दसदा टाइगर जीसो कहता मैनू ये पता ही नहीं सी कहता भी भलवानी की चीज़ होंगी आ। कहता असीं पिंडू खेती करने वाले मुंडे सी। कहता बाबा जी दे बचे कीते। वो बंदे टाइगर जीसो का सिक्का जमाया जापान च जाते आ। जापान च वो नाम कार्ड बने हुए आ। कार्ड भी उन्हें मैंने दिता मेरे को हैगा कार्ड ते बच्चे ਜਿਹੜੇ जापान के किड्स आ वो कार्ड के उत्ते बिट लाउंदे ਉਹਦੇ। फिर मैं कहा जी मैंने दर्शन कराओ स्वरूप के। फिर मैं उपर लैके गया उन्हें गुरु नानक देव जी स्वरूप के दर्शन कराया। कहते धन धन बाबा ईश्वर सिंह का दिता। कहता साडा प्यो कहता हुंदा सी कहता धन धन बाबा ईश्वर सिंह संगत करोगे तुहानूं हत्थां ते सरों जमदी दिसूगी। कहता वो जमी दिखाई कहता मैं दस्या। फिर एक बचन तेजी ना करो एक बचन जी होर सिख आउंदे महान रागी होया जी सिख आउंदे महान रागी। मैं बचन का सारा दिन सुना सकदा पर भी छेती करते कोई ना सुनो। तो सिख आउंदे महान रागी है भाई सुरजन सिंह जी आसा दी वार वाले। भाई सुरजन सिंह जी आसा दी वार वाले वो मशहूर आ। तो बाबा जी को इस जगह पर कीर्तन करते हैं जिथे बाबा जोनी जी बैठे आ। वो कीर्तन करते करते तो बाबा जी उत्थे विराजमान आसन से तो उन्हें फटे टाकी वाले कुर्ता पाया है सागी सुरजन सिंह का। फिर बाबा जी ने बचन किए भी रागा सिंह भी ठीक नहीं लगता। आई खीरी बचन कहते रागा सिंह ठीक नहीं लगता भी तो वो सी सूरमे सिंह। उन्होंने नाल जोड़ी आ सी प्रेम सिंह जोड़ी वाला वो इंग्लैंड से मैं इंग्लैंड उन्होंने गल की तो सूरमे सिंह सी। तो वो कहता बाबा जी भी मेरा तो गुजारा नहीं चलता मेरे तो काम नहीं चलते। फिर बाबा जी ने नेत्र मुंदे उत्थे बाबा जी ने बचन किए बई वाकई भी गल इवें आ भी खजाना तू बाला भालदा वा इन्नी तेरी तपस्या नहीं। बाबा जी क्या नित ने वधा उन्हें नित ने वधाया जी रागी सुरजन। उही रागी सुरजन सिंह देखो जिन्हों ये बई प्रोग्राम नहीं सी मिलते हो उही रागी सुरजन सिंह एक बंदा खड़ी कार दी चाबियां दे गया जी लो। तो जलंधर अपना रेडियो स्टेशन सिखां नूं मोर्चा लाउणा पिया सी उहदी खातर मोर्चा लाउणा पिया सी बई इहदा कैंप ਵਧਾਓ। फिर वो बाबा जी का दिल्ली दीवान लग्या होया रागी सुरजन सिंह ने ਜਿਹੜੇ सोच के आना भी मैं अज बाबा जी को यह बचन सुना के खुश करूँगा। बाबा जी ने पहला उही बचन शुरू कर देने। फिर अखीर के उत्ते तो वो बाबा जी को कहता भी बाबा जी मैं ਤੁਹਾਡੇ ਨਾਲ कोई जरूरी गल करनी चाहना। ये भी सिखो सुनना जरूरी गल करनी चाहना। बाबा जी कहते कोई तो रागा से आ जा अंदर। वो कला तो जा नहीं सकता प्रेम सिंह नाल गया जोड़ी वाला वो जो कि इंग्लैंड से ਲੈਸਟਰ शहर के रहिंदा सी। बाद च उन्हें सुइसाइड कर ली सी आत्म हत्या बीमार रहिंदा सी। मैं उसको मिलिया मैंने उन्हें सारा दसिया तो वो कहता भी ऐसा गल सी। फिर उन्हें रागी सुरजन सिंह कहता भी बाबा जी तुसीं बहुत कृपा की आ पर मेरी एक बेनती है तुहाडे चरणों च। बाबा जी कहते दस भी रागा सिंह की आ तो वो बाबा जी उन्हें किया वो कहता बाबा जी जो मैं मर के दरगाह च जाऊँगा मर के दरगाह च जाऊँगा मैनू मूहरे तुसी होने चाहिए मेरा अग्गा सवार ने। तो बाबा जी चुप कर गए। फिर बाबा जी ने बचन कर लिया। बाबा जी ने बचन कर लिया। बाबा जी कहते कोई ना रागा सिंह ठीक आ। श्रोमणी कमेटी की तुसीं देखो श्रोमणी कमेटी के समुचे जो बड़े रागी आ उन्होंने बुक देखो जिहदे बड़े रागी जिन्हें सिखां दे बड़े रागी आ वो बुक दे विच श्रोमणी कमेटी का लिखा होया भी रागी सुरजन सिंह जो दरगाह में जाना सी उन्हें धन धन बाबा ईश्वर सिंह जी का बचन कर लिया सी। कहता बाबा जी मैनू मेरा अग्गा सवारी तुसीं मूहरे चाहिए। रागी फिर लिखा रागी सुरजन सिंह शरीर छड्डण तो 6 महीने पहला धन धन बाबा ईश्वर सिंह जी दरगाह में चले गए सी। ये वो रूहां बात भी मैं सारा दिन सुना सकता भाई साहब को तेजी कर दिया कोई गल नहीं। तो इन्होंने स्टेज है मालक है यही बेनती है जी। बाकी जो कदे सबबी समा लग्या 10 फेर सुनाऊगा अंत में भुल्लां चुकां की 10 माफ़ी मंगदा भी जे किसी का मन दुखिया हुआ वो भी 10 माफ़ी मंगदा। साढ़े को अमरीका नानचर कोई भी महात्मा आवे असीं उत्थे दीवान लवावांगे वध तो वध गल किहड़ी आ। तो अंत में यही दास भुल्लां चुकां की माफ़ी जो वाहिगुरू जी का खालसा वाहिगुरू जी की फतेह।